ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਛੰਤ ਮਹਲਾ ਤੀਜਾ, ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਸੁਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਸੁਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਗੁਰਮੁਖ ਫਲ ਪਾਵੋ ਹਰ ਨਾਮ ਤੇ ਆਵੋ, ਜਨਮ ਜਨਮ ਕੇ ਦੁਖ ਨਿਵਾਰੇ। ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤਿ ਸਹਿਜੇ ਨਾਮ ਤੇ ਆਏ। ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਭਉ ਭਾਗਾ। ਅੰਦਰੋਂ ਦੁਰਮਤ ਦੂਜੀ ਹੋਈ, ਸੋ ਜਨ ਹਰ ਲਿਵ ਲਾਗਾ। ਜਿਨ ਕਉ ਕਿਰਪਾ ਕੀਨੀ ਮੇਰੇ ਸੁਆਮੀ, ਤਿਨ ਅਨ ਦਿਨ ਹਰ ਗੁਣ ਗਾਏ। ਸੁਣ ਮਨ ਪੀਨੇ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ। ਗੁਰ ਤੇ ਉਪਜੈ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੈ ਦਿਨ ਰਾਤੀ। ਕਿਲ ਵਿਖ ਸਭ ਗਵਾਏ, ਸਭ ਕੋ ਤੇਰਾ ਤੂੰ ਸਭਨਾ ਕਾ। ਹਉ ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ। ਸਾਜਨ ਆਏ ਉਠੇ ਘਰ ਮਾਹੀ, ਹਰ ਗੁਣ ਗਾਵੈ ਤ੍ਰਿਪਤ ਅਗਾਹੀ। ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਖ ਨਾ ਲਾਗੈ ਆਏ। ਦਹਿ ਦਿਸ ਪੂਜ ਹੋਵੈ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਉਠੇ ਘਰ ਮਾਹੀ, ਨਾਨਕ ਹਰ ਆਪੇ ਜੋੜ ਵਿਛੋੜੇ। ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਉਠੇ ਘਰ ਮਾਹੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਨਵਾਜ਼ਿਸ਼ ਬਖਸ਼ਿਸ਼ ਹੈ। ਸ਼ਾਮ ਸਮੇਂ ਸਤਸੰਗਤ ਦਾ ਸਮਾਂ ਅਸੀਂ ਮਾਣ ਰਹੇ ਹਾਂ। ਭਾਵੇਂ ਕਿ ਸਾਡਾ ਸਾਰਾ ਦੀਵਾਨ ਵਰਚੁਅਲ ਹੁੰਦਾ ਅੱਜ ਕੱਲ੍ਹ, ਸੋ ਆਪ ਘਰਾਂ ਥਾਵਾਂ ਤੋਂ ਟੈਲੀਵਿਜ਼ਨ ਰਾਹੀਂ ਹੋਰ ਮੀਡੀਆ ਜੋ ਚੈਨਲਸ ਜਾਂ ਆਊਟਲੈਟਸ ਹੈਗੇ ਨੇ ਉਹਨਾਂ ਦੇ ਜ਼ਰੀਏ ਗੁਰਸ਼ਬਦ ਦੀ ਆਭਾ ਨਾਲ ਆਪਣੀ ਸੁਰਤ ਨੂੰ ਮੰਡਤ ਕਰਦੇ ਹੋ, ਵਡਭਾਗਤਾ ਹੈ। ਇਹ ਸਮਾਂ ਇਸ ਅਸਥਾਨ ਗੁਰਸਥਾਨ ਤੋਂ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਇਸ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਵਿਆਖਿਆ ਦਾ ਹੁੰਦਾ ਆ, ਜਿਸ ਵਿੱਚ ਜੋ ਲਗਾਤਾਰਤਾ ਨਾਲ ਅਸੀਂ ਸ਼ਬਦ ਵਿਚਾਰ ਕਰ ਰਹੇ ਹਾਂ। ਸੂਹੀ ਰਾਗ ਚੱਲ ਰਿਹਾ ਹੈ। ਸੂਹੀ ਰਾਗ ਦੇ ਛੰਤਾਂ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਜੋਤ ਦੇ ਤੀਸਰੇ ਜਾਮੇ ਦੁਆਰਾ ਉਚਰਿਤ ਕੀਤੀ ਗਈ ਮੁਕਾਮੀ ਰਚਨਾ ਛੰਤਾਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੈ। ਬੀਤੇ ਰੋਜ਼ ਅਸੀਂ ਇਸ ਸ਼ਬਦ ਦੀ ਪ੍ਰਾਰੰਭਤਾ ਕੀਤੀ, ਪਹਿਲਾ ਪਦਾ ਵਿਚਾਰਿਆ। ਅੱਜ ਯਤਨ ਹੋਏਗਾ 2 ਨੰਬਰ ਬੰਦ ਨੂੰ ਅਸੀਂ ਵਿਚਾਰ ਸਕੀਏ। ਸ਼ਬਦ ਆਪ ਸਰਵਨ ਕਰ ਚੁੱਕੇ ਹੋ। ਵਿਚਾਰ ਦਾ ਆਗਾਜ਼ ਹੈ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਗੁਰਮਤਿ ਸਹਿਜੇ ਨਾਮ ਤੇ ਆਏ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ। ਹਰੀ ਦੇ ਗੁਣਾਂ ਨੂੰ ਸੁਣ ਕੇ ਜੋ ਜੀਵਨ ਦਾ ਸਹਿਜ ਹੈ ਉਹਦੀ ਆਮਦ ਹੋ ਗਈ, ਉਹ ਟਿਕਾ ਆ ਗਿਆ ਜੀਵਨ ਦੇ ਵਿੱਚ। ਇਹਦੇ ਸਰਲ ਭਾਵ ਬਣਦੇ ਨੇ। ਹਰ ਗੁਣ ਗਾਏ, ਸੁਣ ਹਰ ਗੁਣ ਭੀਨੇ ਸਹਿਜ ਸੁਭਾਏ। ਸੁਣ ਹਰ ਗੁਣ ਭੀਨੇ, ਜਦੋਂ ਉਹਦੇ ਗੁਣਾਤਮਕ ਪੱਖ ਨੂੰ, ਗੁਣਾਂ ਨੂੰ ਮੈਂ ਆਪਣੇ ਮਨ ਦੀ ਦੁਨੀਆ ਦਾ, ਸੁਰਤ ਦੀ ਦੁਨੀਆ ਦਾ, ਸਰੋਤ ਦੀ ਦੁਨੀਆ ਦਾ ਹਿੱਸਾ ਬਣਾ ਲਿਆ। ਕਿਉਂਕਿ ਲਾਈਨਾਂ ਇਹ ਨੇ, ਸੁਣ ਹਰ ਗੁਣ ਭੀਨੇ। ਇਹਦੇ ਬਾਬਤ ਜੇ ਥੋੜ੍ਹਾ ਫਿਲਾਸਫੀਕਲ ਸਾਈਡਸ ਤੋਂ ਜਾਂ ਇੱਕ ਮੈਥਡ ਵਾਲੀ ਸਾਈਡ ਤੋਂ, ਮੈਥਡੋਲੋਜੀ ਸਾਈਡਸ ਤੋਂ ਗੱਲ ਕਰੀਏ ਇੱਕ, ਤੇ ਉਹ ਇਹ ਹੈ ਕਿ ਜਿਹਨੂੰ ਅਸੀਂ ਤਰੀਕੇਕਾਰਤਾ ਕਹਿੰਦੇ ਹਾਂ। ਸਾਡੀ ਸ਼ਬਦ ਨਾਲ ਸਾਂਝ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ ਜਦੋਂ ਸਾਡੀ ਸੁਰਤ ਧੁਨ, ਉਹਦੀ ਅਧੀਨਗੀ, ਉਹਦੀ ਸ਼ਾਗਿਰਦਗੀ, ਉਹਨੂੰ ਐਜ਼ ਏ ਆਪਣੇ ਆਪ ਨੂੰ ਡਿਸਾਈਪਲ ਦੇ ਤੌਰ ਤੇ, ਆਪਣੇ ਆਪ ਨੂੰ ਉਹਦੇ ਸ਼ਾਗਿਰਦ ਦੇ ਰੂਪ ਵਿੱਚ ਪ੍ਰੈਜ਼ੈਂਟ ਕਰਦੀ ਹੈ। ਫਿਰ ਉਹ ਸ਼ਬਦ ਗੁਰੂ ਦੇ ਰੂਪ ਵਿੱਚ ਆਪਣਾ ਰੂਪ ਜਾਂ ਆਪਣੀ ਕਰਾਮਾਤ ਕਰਦਾ ਆ। ਹੁਣ ਜਿਹੜੀ ਸੁਰਤ ਧੁਨ ਆ, ਸੁਰਤ ਤੇ ਧੁਨ ਦੀ ਜਿਹੜੀ ਬਾਤ ਸ਼ਬਦ ਵਿੱਚ ਆ ਰਹੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ ਜਾਂ ਗੁਰਮਤਿ ਲਿਟਰੇਚਰ ਸਾਰੇ 'ਚ ਅਸੀਂ ਪੜ੍ਹਦੇ ਹੈਗੇ ਹਾਂ, ਉਸ ਬਾਬਤ ਇਹ ਹੈ ਕਿ ਇਹਦੀ ਵਿਆਖਿਆ ਜਿਵੇਂ ਜਿਵੇਂ ਦਾਨਸ਼ਮੰਦ ਲੋਕਾਂ ਨੇ, ਸਿਆਣੇ ਲੋਕਾਂ ਨੇ, ਮਹੀਮ ਅਦੀਪ ਲੋਕਾਂ ਨੇ, ਜਿਨ੍ਹਾਂ ਲੋਕਾਂ ਨੂੰ ਗੁਰਮਤਿ ਦੀ ਸਮਝ, ਗੁਰਮਤਿ ਸਕੂਲ ਦੀ ਸਮਝ, ਸ਼ਬਦ ਨੇ ਜਿਨ੍ਹਾਂ ਨੂੰ ਸੁਚੱਜੇ ਗਿਆਨ ਨਾਲ ਨਵਾਜਿਆ, ਉਹਨਾਂ ਦੇ ਵਿੱਚੋਂ ਅਸੀਂ ਲੈ ਕੇ ਆਉਂਦੇ ਹਾਂ। ਅਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੀ ਸੁਰਤ ਆ ਦਾ ਇੱਕ ਪ੍ਰੋਸੈਸ ਹੈਗਾ, ਇੱਕ ਇਹਦਾ ਸਿੰਪਲ ਤੌਰ 'ਤੇ ਕਿਹਾ ਜਾਏ, ਇਹਦੀ ਤਰੀਕੇਕਾਰਤਾ ਦਾ ਇੱਕ ਕ੍ਰਾਈਟੀਰੀਆ ਆ। ਇਹ ਹੈ ਕਿ ਬੰਦੇ ਨੂੰ ਸਭ ਤੋਂ ਪਹਿਲਾਂ ਆਪਣੀ ਸਰੋਤ, ਜਿਹੜੀ ਉਹਦੀ ਸੁਣਨ ਸ਼ਕਤੀ ਹੈ, ਕਿਉਂਕਿ ਸੁਣ ਹਰ ਗੁਣ ਭੀਨੇ ਇਹਦੀ ਬਾਤ ਹੋ ਰਹੀ ਹੈ ਇਹਦੇ ਵਿੱਚ, ਆਪਣੀ ਸਰੋਤ ਸ਼ਕਤੀ ਜਿਹੜੀ ਹੈ ਉਸ ਨੂੰ ਵਾਜਿਬ ਕਰਨਾ ਪਏਗਾ। ਹੁਣ ਇਹਦੇ 'ਚ ਇਹ ਹੈ ਕਿ ਸਮ ਟਾਈਮ ਵੀ ਹੀਅਰ ਬਟ ਵੀ ਨੈਵਰ ਲਿਸਨ, ਸਮ ਟਾਈਮ ਵੀ ਲਿਸਨ ਬਟ ਵੀ ਨੈਵਰ ਪ੍ਰੋਸੈਸ, ਸਮ ਟਾਈਮ ਵੀ ਪ੍ਰੋਸੈਸ ਬਟ ਵੀ ਨੈਵਰ ਗੈਟ ਦਾ ਆਈਡੀਆ। ਇਹ ਅੱਜ ਦੀ ਮਾਡਰਨ ਲਿਟਰੇਚਰ ਤੁਸੀਂ ਗੱਲਾਂ ਪੜ੍ਹਦੇ ਹੋ। ਲੋਕੀ ਕਈ ਵਾਰ ਕਹਿੰਦੇ ਨੇ, ਵਾਟ ਇਜ਼ ਦ ਡਿਫਰੈਂਸ ਬਿਟਵੀਨ ਹੀਅਰਿੰਗ ਐਂਡ ਲਿਸਨਿੰਗ। ਭਾਈ ਕੁਦਰਤ ਨੇ ਦੇਖੋ ਕਿਆ ਕਮਾਲ ਕੀਤੀ ਹੈ।
ਆਪਾਂ ਕੁਝ ਵੇਖਣਾ ਆ, ਅੱਖਾਂ ਖੋਲ੍ਹਣੀਆਂ ਪੈਂਦੀਆਂ ਨੇ। ਯੂ ਨੋ, ਵੀ ਹੈਵ ਟੂ ਓਪਨ ਆਵਰ ਆਈਜ਼, ਦੈਨ ਵੀ ਕੈਨ ਸੀ। ਜੇ ਕੋਈ ਬੰਦਾ ਕਿਸੇ ਚੀਜ਼ ਨੂੰ ਨੋਟਿਸ ਨਾ ਕਰ ਸਕੇ, ਕਿਸੇ ਚੀਜ਼ ਨੂੰ ਵਿਜ਼ਨ ਨਾ ਕਰ ਸਕੇ, ਤੇ ਅਸੀਂ ਲਿਟਰਲੀ ਤੌਰ ਤੇ ਇਹ ਗੱਲ ਵੀ ਕਹਿ ਦਿੰਦੇ ਹਾਂ, ਵਾਈ ਆਰ ਯੂ ਓਪਨਿੰਗ ਯੂਰ ਆਈਜ਼? ਅੱਖਾਂ ਕਿਉਂ ਨਹੀਂ ਖੋਲ੍ਹ ਰਿਹਾ ਆਪਣੀਆਂ? ਅੱਖਾਂ ਖੋਲ੍ਹ ਕੇ ਵੇਖ। ਮੀਨ ਯੂ ਹੈਵ ਟੂ ਐਕਚੁਅਲੀ ਯੂ ਕੈਨ ਸੇ ਅਨਕਵਰ ਯੂਰ ਆਈਜ਼, ਔਰ ਯੂ ਕੈਨ ਐਕਚੁਅਲੀ ਜਿਹੜਾ ਹੈਗਾ ਅਪ ਯੂਰ ਜਿਹੜੀਆਂ ਪਲਕਾਂ ਨੇ ਉਸ ਰੂਪ ਦੇ 'ਚ ਉਹਨਾਂ ਨੂੰ ਚੱਕ, ਉੱਪਰ ਆਪਣੀ ਲਿਸ਼ਸ ਨੂੰ ਉੱਪਰ ਚੱਕ, ਤਾਂ ਕਿ ਇਹਨੂੰ ਪਤਾ ਲੱਗੇ ਕਿ ਭਾਈ ਇਹ ਕੀ ਹੈ। ਭਾਵ ਇਹਦੇ ਲਈ ਥੋੜ੍ਹੀ ਜਿਹੀ ਐਫਰਟ ਤੇ ਕਰਨੀ ਪਈ, ਅੱਖਾਂ ਖੋਲ੍ਹਣੀਆਂ ਪੈਣਗੀਆਂ, ਗੱਲ ਕਹੀ ਜਾਂਦੀ ਹੈ। ਜਾਂ ਕਈ ਵਾਰ ਮੁਹਾਵਰੇਦਾਰੀ ਦੇ ਤੌਰ 'ਤੇ ਅਸੀਂ ਵੀ ਕਹਿ ਦਿੰਦੇ ਹਾਂ ਕਿ ਆਹ ਗੱਲ ਮੇਰੀ ਕੰਨ ਖੋਲ੍ਹ ਕੇ ਸੁਣ ਲੈ। ਮਤਲਬ ਲਿਟਰਲੀ ਤੌਰ 'ਤੇ ਕੰਨ ਖੋਲ੍ਹਣ ਦੀ ਲੋੜ ਨਹੀਂ ਹੈ, ਕੰਨ ਤੇ ਹਰ ਵਕਤ ਖੁੱਲ੍ਹੇ ਨੇ। ਕੋਈ ਚੀਜ਼ ਵੀ ਹੋਏਗੀ ਉਹ ਅੱਖਾਂ ਕੰਨਾਂ ਵਿੱਚ ਪਏਗੀ ਲਗਾਤਾਰ ਉਸ ਤਰੀਕੇ ਨਾਲ। ਪਰ ਸਾਨੂੰ ਇਹ ਵੀ ਸੱਚਾਈ ਹੈ ਕਿ ਜੇ ਇਹਨੂੰ ਸਰਲ ਭਾਵ ਵਿੱਚ ਬਿਆਨ ਕਰਾਂ, ਤੁਸੀਂ ਕਾਰ ਡਰਾਈਵ ਕਰਦਿਆਂ ਰੇਡੀਓ ਅਕਸਰ ਸੁਣਦੇ ਹੋ। ਸਾਡੇ ਇਹਨਾਂ ਮੁਲਕਾਂ ਦੇ ਵਿੱਚ ਕਾਰ ਡਰਾਈਵ 'ਤੇ ਰੇਡੀਓ, ਖਾਸ ਕਰਕੇ ਟ੍ਰੈਫਿਕ ਇਨਫੋਰਮੇਸ਼ਨ ਵਗੈਰਾ, ਬਿਜ਼ੀ ਡੇਜ਼ ਦੇ ਵਿੱਚ, ਬਿਜ਼ੀ ਆਵਰਸ ਦੇ ਸਾਡੇ ਲਈ ਸਭ ਤੋਂ ਵੱਡੀ ਉਹ ਜ਼ਰੂਰੀ ਇੰਪੋਰਟੈਂਟ ਚੀਜ਼ ਹੁੰਦੀ ਹੈ। ਸੋ 680 ਹੋ ਗਿਆ, CBC ਹੋ ਗਿਆ, ਇਹੋ ਜਿਹੀਆਂ ਚੀਜ਼ਾਂ ਜਿਹੜੇ ਲੋਕ ਡਰਾਈਵ ਕਰਦੇ, ਦੇ ਆਲਵੇਜ਼ ਟਰਾਈ ਟੂ ਐਕਚੁਅਲੀ ਲਿਸਨ ਇਟ। ਹੁਣ ਸਪੋਜ਼ ਕਰੋ ਰੇਡੀਓ ਚੱਲ ਰਿਹਾ, ਉਹਦੇ 'ਤੇ ਜਿਹੜੀ ਹੈਗੀ ਹੈ ਨਿਊਜ਼ ਵੀ ਡਿਲੀਵਰ ਹੋ ਰਹੀ ਹੈ, ਨਿਊਜ਼ ਕਾਸਟ ਇਜ਼ ਹੈਪਨਿੰਗ ਓਵਰ ਦੇਅਰ। ਬਟ ਜੇ ਅਸੀਂ ਅਟੈਂਟਿਵਲੀ ਉਹਨੂੰ ਅਟੈਂਡ ਨਹੀਂ ਕਰ ਰਹੇ, ਉਹ ਬਿਨਾਂ ਸ਼ੱਕ ਇਨਫੋਰਮੇਸ਼ਨ ਸਾਡੀ ਕਾਰ 'ਚ ਵੱਜ ਰਹੀ ਹੈ, ਸਾਡੇ ਕੰਨਾਂ 'ਚ ਨਹੀਂ ਜਾ ਰਹੀ। ਅਕਸਰ ਲੋਕੀ ਹੁੰਦਾ ਆ, ਦੋ ਸ਼ਖਸ ਬੈਠੇ ਨੇ, ਰੇਡੀਓ 'ਤੇ ਕੋਈ ਚੀਜ਼ ਵੱਜੀ, ਕੋਈ ਚੀਜ਼ ਆਈ, ਕੋਈ ਇਨਫੋਰਮੇਸ਼ਨ ਦਿੱਤੀ ਗਈ, ਇੱਕ ਸ਼ਖਸ ਸੁਣ ਕੇ ਇੱਕਦਮ ਹੈਰਾਨ ਹੁੰਦਾ, ਦੂਸਰਾ ਪੁੱਛਦਾ ਕੀ ਹੋਇਆ? ਕਹਿੰਦਾ ਤੂੰ ਸੁਣਿਆ ਨਹੀਂ? ਕਹਿੰਦੇ ਨੋ, ਆਈ ਵਾਜ਼ਨਟ ਪੇਇੰਗ ਅਟੈਂਸ਼ਨ। ਮੇਨ ਸੁਣ ਕੇ ਵੀ ਸੁਣਿਆ ਨਹੀਂ ਗਿਆ। ਜਿਹੜਾ ਇਹ ਹੈ ਕਿ ਸੁਣ ਕੇ ਵੀ ਨਾ ਸੁਣਨਾ, ਇੱਥੇ ਜਾ ਕੇ ਪਤਾ ਲੱਗਦਾ ਹੈ ਸੁਣਨਾ ਇੱਕ ਪ੍ਰੋਪਰ ਐਕਟੀਵਿਟੀ ਹੈ, ਇੱਕ ਪ੍ਰੋਪਰ ਐਕਟ ਆ, ਇੱਕ ਪ੍ਰੋਪਰ ਕਾਰਜਸ਼ੀਲਤਾ ਆ, ਇੱਕ ਪ੍ਰੋਪਰ ਕਾਰਜ ਆ। ਇਹ ਪਹਿਲੇ ਪੜਾਅ ਵਿੱਚ ਕਰਨ ਦੀ ਲੋੜ ਆ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੇ 'ਚੋਂ ਕੁਝ ਬੇਸਿਕ ਚੀਜ਼ਾਂ ਪੜ੍ਹਦੇ ਹਾਂ। ਜਪਜੀ ਸਾਹਿਬ, ਜਿਵੇਂ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ 'ਚੋਂ ਅਸੀਂ ਅਕਸਰ ਐਗਜ਼ਾਮਪਲਸ ਕਰਨ ਲੱਗਿਆ, ਨਿਤਨੇਮ ਦੀ ਬਾਣੀ ਦਾ ਅਸੀਂ ਜਿਹੜਾ ਧਿਆਨ ਕਰਦੇ ਹਾਂ। ਮਹਾਰਾਜ ਜਿਵੇਂ ਬਿਆਨ ਕਰਦੇ, ਸਭ ਜ਼ਿਕਰ ਕਰਦੇ ਕਿ ਜੇ ਅਸੀਂ ਪੜ੍ਹੀਏ ਸੁਣਿਆਂ ਦੀਆਂ ਪੌੜੀਆਂ, ਮੁਸਲਸਲ 4 ਪੌੜੀਆਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਇਹਨਾਂ 4 ਪੌੜੀਆਂ ਦੇ ਵਿੱਚ ਗੁਰੂ ਬਾਬਾ ਜੀ ਸੁਣਨ ਦੀ, ਸਰੋਤ ਦੀ ਅਹਿਮੀਅਤ ਦੱਸਦੇ। ਪਰ ਇਸ ਤੋਂ ਥੋੜ੍ਹਾ ਹੋਰ ਪਿੱਛੇ ਚਲੇ ਜਾਈਏ ਤੇ ਤੀਸਰੀ ਪੌੜੀ ਗਾਇਨ ਕਰਨ ਦੀ ਹੈ, ਗਾਵਣ ਦੀ ਹੈ। ਹੁਣ ਦੇਖੋ, ਗਾਵਣਾ ਵੀ ਦੱਸਿਆ ਗੁਰੂ ਬਾਬਾ ਜੀ ਨੇ, ਪਰ ਅੱਗੇ ਜਾ ਕੇ ਸੁਣਨਾ ਵੀ ਦੱਸਿਆ। ਈਵਨ ਲਿਟਰਲੀ ਤੌਰ 'ਤੇ ਇਸ ਤਰ੍ਹਾਂ ਦੀਆਂ ਸਤਰਾਂ ਵੀ ਪੜ੍ਹ ਰਹੇ ਹਾਂ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਵ। ਗਾਉਣਾ ਵੀ ਹੈ, ਸੁਣਨਾ ਵੀ ਹੈ, ਮਨ ਦੇ ਭਾਵ ਦੀ ਗੱਲ ਵੀ ਆ ਰਹੀ ਹੈ। ਸੋ ਇੱਕ ਤਰ੍ਹਾਂ ਦੇ ਨਾਲ ਪੈਕੇਜ ਦੇ ਰੂਪ ਵਿੱਚ ਬਾਤ ਕੀਤੀ ਜਾ ਰਹੀ ਹੈ। ਇਹ ਵੀ ਗੱਲ ਹੁੰਦੀ ਹੈ, ਜਿਵੇਂ ਆਪਾਂ ਮੈਂ ਉਹਨੂੰ ਸਰਲ ਕਰਕੇ ਬਿਆਨ ਕਰਾਂ, ਕਿਸੇ ਨੂੰ ਆਪਾਂ ਕੋਈ ਚੀਜ਼ ਯਾਦ ਕਰਾਉਂਦੇ ਹਾਂ। ਤੁਸੀਂ ਸਕੂਲਾਂ 'ਚ ਪੜ੍ਹਦੇ ਹੋਏ ਬੱਚਿਆਂ ਨੂੰ ਦੇਖ ਸਕਦੇ ਹੈਗੇ ਹੋ, ਸਾਡੇ ਉੱਥੇ ਚੀਜ਼ਾਂ ਨੂੰ ਮੈਮੋਰਾਈਜ਼ ਕਰਨਾ, ਜਿਨ੍ਹਾਂ ਨੂੰ ਅਸੀਂ ਰੱਟਾ ਲਾਉਣਾ ਕਹਿੰਦੇ ਹਾਂ, ਜਾਂ ਉਸ ਤਰੀਕੇ ਦੀ ਡਰਿਲਿੰਗ ਕਰਨੀ ਲਗਾਤਾਰ, ਉਸ ਤਰੀਕੇ ਨਾਲ। ਹੁਣ ਚੀਜ਼ਾਂ ਯਾਦ ਕਰ ਲਈਆਂ, ਯਾਦ ਕਰਕੇ ਗਾ ਲਈਆਂ, ਬੋਲ ਲਈਆਂ, ਦੱਸ ਲਈਆਂ, ਪਰ ਸਟਿਲ ਉਹਨਾਂ ਨੂੰ ਨਾ ਤੇ ਆਪਣੀ ਅੰਦਰ ਦੀ ਸਿਮਰਨ ਦਾ, ਚਿੰਤਨ ਦਾ, ਸੋਚ ਦਾ ਹਿੱਸਾ ਬਣਾਇਆ, ਨਾ ਹੀ ਚਿੰਤਨ ਸੋਚ ਦੇ ਵਿੱਚੋਂ ਉਹ ਅਮਲੀ ਤੌਰ 'ਤੇ ਪ੍ਰੈਕਟੀਕਲ ਸਾਈਡਸ ਤੋਂ ਜੀਵਨ ਵਿੱਚ ਅਪਲਾਈ ਹੋਈਆਂ। ਹੁਣ ਗੁਰਬਾਣੀ ਦਾ ਅਸੀਂ ਜਿਹੜਾ ਸੰਕਲਪ ਮੋਸਟਲੀ ਦੇਖਦੇ ਹੈਗੇ ਆ, ਉਹਦੇ 'ਚ ਵੱਡੀ ਚੀਜ਼ ਜਿਹੜੀ ਮਿਸ ਹੋ ਰਹੀ ਹੈ ਉਹ ਇਹ ਹੋਈ ਹੈ। ਜਿਸ ਚੀਜ਼ ਨੂੰ ਆਪਾਂ ਬਹੁਤ ਸਰਲ ਕਰਕੇ ਦੇਖੀਏ, ਜਿਵੇਂ ਸਪੋਜ਼ ਕਰੋ ਕਿ ਅਸੀਂ ਸ਼ਬਦਾਂ ਦੇ ਸ਼ਬਦ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਬਿਆਨ ਕਰਦੇ, ਸੰਸਾਰ ਜਿਹੜਾ ਆ ਇਹਦੇ 'ਚ
ਥੋੜ ਚ ਰਹੇ ਹਾਂ ਅਸੀਂ ਸਾਰੇ ਦੇ ਸਾਰੇ। ਆਪਾਂ ਸੋਹਿਲਾ ਸਾਹਿਬ ਵੀ ਪੜ੍ਹੀਏ, ਕਿਉਂਕਿ ਸੋਹਿਲਾ ਇਸ ਸ਼ਬਦ ਦਾ ਇੱਥੋਂ ਸ਼ੁਰੂਆਤ ਹੋ ਰਹੀ, ਸੁਖ ਸੋਹਿਲੜਾ ਹਰ ਧਿਆਵੋ। ਹੁਣ ਸੋਹਿਲਾ ਬੰਦਾ ਬਿਸਤਰੇ 'ਤੇ ਬੈਠ ਕੇ ਉਸ ਨੂੰ ਪਾਠ ਨੂੰ ਆਲਾਪ ਰਿਹਾ ਹੈ, ਅਤੇ ਉਹਦੇ 'ਚ ਸਿੱਧੇ ਤੌਰ 'ਤੇ ਬਾਤ ਸ਼ੁਰੂਆਤ ਹੀ ਹੋ ਰਹੀ ਹੈ ਕਿ ਜੈ ਕਰ ਕੀਰਤਾ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ। ਸੋਹਿਲਾ ਉਹਨਾਂ ਦਾ ਹੀ ਗਾਇਆ ਸੋਹਿਲਾ ਆ ਜਿਸ ਹਿਰਦੇ ਘਰ ਦੇ ਵਿੱਚ ਇਸ ਕਰਤਾਰੀ ਨਿਜ਼ਾਮ ਤੇ ਕਰਤਾਰ ਦੀ ਹੋਂਦ ਦਾ ਅਹਿਸਾਸ ਆ ਗਿਆ ਆ। ਇਸ ਨੂੰ ਗੁਰੂ ਬਾਬਾ ਜੀ ਨੇ ਕਈ ਲੈਵਲ 'ਤੇ ਫਿਰ ਇਸ ਅੱਗੇ ਪੰਕਤੀਆਂ 'ਚ ਦੁਹਰਾਓ ਵਿੱਚ ਲਿਆਂਦਾ। ਇਹਦੇ 'ਚ ਨਿਰਭਉ ਹੋਣ ਦੀ ਬਾਤ ਕੀਤੀ, ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ। ਆਪ ਨੂੰ ਸ਼ਾਇਦ ਪਤਾ ਹੋਏਗਾ, ਜਿਵੇਂ ਬੱਚਾ ਦੇਖੋਗੇ ਪੈਦਾਇਸ਼ ਤੋਂ ਬਾਅਦ ਬਹੁਤ ਲੰਬਾ ਸਮਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਸੋਈ ਜਾਂਦਾ ਹੈ। ਹੌਲੀ ਹੌਲੀ ਅਸੀਂ ਉਹਨੂੰ ਦੁਨੀਆ ਦਾ ਐਕਸਪੋਜ਼ਰ ਦਿੰਦੇ ਹਾਂ। ਐਕਸਪੋਜ਼ਰ ਜਿਹੜਾ ਆ ਉਸ ਨੂੰ ਬੜੇ ਇੱਕ ਇਨਵਾਇਰਮੈਂਟ 'ਚ ਦਿੱਤਾ ਜਾਂਦਾ ਆ। ਜੇ ਇਨਵਾਇਰਮੈਂਟ ਬਹੁਤ ਜ਼ਿਆਦਾ ਕੰਟਰੋਲਿੰਗ ਹੈਗਾ ਆ, ਇਹ ਮੰਨਿਆ ਜਾਂਦਾ ਹੈ ਇਸ ਬੱਚੇ ਨੂੰ ਦੁਨੀਆਦਾਰੀ ਬਾਰੇ ਪ੍ਰੋਪਰ ਸਮਝ ਨਹੀਂ ਆਏਗੀ। ਜੇ ਬਹੁਤ ਜ਼ਿਆਦਾ ਇਨਵਾਇਰਮੈਂਟ ਜਿਹੜਾ ਆ ਵਲਨਰੇਬਿਲਿਟੀ ਨਾਲ ਭਰਿਆ ਹੋਇਆ ਆ, ਤੇ ਪੋਸੀਬਿਲਿਟੀ ਹੈ ਉਹ ਬੱਚਾ ਆਈਦਰ ਬਹੁਤ ਡਰਪੋਕ ਹੋ ਜਾਏਗਾ ਔਰ ਬਹੁਤ ਹੀ ਜ਼ਿਆਦਾ ਡਰਾਸਟਿਕ ਲੈਵਲ 'ਤੇ ਮਤਲਬ ਕਹਿ ਲਵੋ ਕਿ ਰਿਸਕ ਟੇਕਰ ਹੋ ਜਾਏਗਾ। ਇਹ ਦੋਨੋਂ ਪੋਸੀਬਿਲਿਟੀਜ਼ ਨੇ ਇਸ ਤਰੀਕੇ ਨਾਲ। ਜਿਹੜੇ ਬੱਚੇ ਜਿਨ੍ਹਾਂ ਦੀ ਬੜੀ ਵਲਨਰੇਬਿਲਿਟੀ ਬਚਪਨ ਤੋਂ ਆ ਜਾਂਦੀ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੁਣ ਜਿਹੜਾ ਆ ਸਪੋਜ਼ ਕਰੋ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ, ਇੱਥੇ ਹੈਗੇ ਆ ਕਿੱਥੇ ਹੋਵਾਂਗੇ ਅਗਲੇ ਦਿਨ, ਮਾਂ ਬਾਪ ਨਹੀਂ ਹੈਗੇ, ਆਲੇ ਦੁਆਲੇ ਸਪੋਰਟ ਨਹੀਂ ਹੈ, ਸੁਸਾਇਟੀ ਨਹੀਂ, ਕੁਛ ਨਹੀਂ। ਤੁਸੀਂ ਦੇਖਦੇ ਹੋ ਇਹੋ ਜਿਹੀ ਜਿਹੜੀ ਇਤਨੀ ਵਲਨਰੇਬਲ ਜਿਹੜੀ ਪਾਪੂਲੇਸ਼ਨ ਹੈ। ਇਹਦੇ ਬਾਬਤ ਇਹ ਵੀ ਕਿਹਾ ਗਿਆ ਕਿ ਸ਼ੁਰੂ ਦੇ ਵਿੱਚ ਉਹਨਾਂ ਦੀ ਜਿਹੜੀ ਚੀਜ਼ ਸਭ ਤੋਂ ਪਹਿਲਾਂ ਡਿਪਰੀਵ ਹੁੰਦੀ ਹੈ ਉਹ ਹੈਗੀ ਸਲੀਪਿੰਗ। ਉਹ ਸੋ ਨਹੀਂ ਪਾਉਂਦੇ ਕਿਉਂਕਿ ਜਿਵੇਂ ਹੀ ਅੱਖਾਂ ਬੰਦ ਕਰਦੇ ਨੇ, ਕਿਉਂਕਿ ਦੇ ਆਰ ਔਨ ਦੇਅਰ ਓਨ, ਉਹ ਆਪ ਹੀ ਤੇ ਦੁਨੀਆ ਸ਼ੋਅ ਚਲਾ ਰਹੇ ਨੇ, ਕੁਝ ਹੋਰ ਤੇ ਹੈ ਨਹੀਂਗਾ, ਨਾ ਕੋਈ ਹਾਊਸ ਹੋਲਡ ਆ, ਨਾ ਕੋਈ ਫੈਮਿਲੀ ਹੈ, ਨਾ ਕੁਛ ਹੈ, ਕਿਉਂਕਿ ਪ੍ਰੋਟੈਕਸ਼ਨ ਤੇ ਹੈ ਨਹੀਂਗੀ ਨਾ। ਜਿੱਥੇ ਪ੍ਰੋਟੈਕਸ਼ਨ ਦੀ ਕਮੀ ਹੋਏਗੀ, ਜਿੱਥੇ ਪਤਾ ਹੋਏਗਾ ਕਿ ਮੈਨੂੰ ਪਤਾ ਨਹੀਂ ਕੋਈ ਮੇਰਾ ਸੇਵੀਅਰ ਹੈ ਕਿ ਨਹੀਂ ਹੈ, ਸੇਵ ਕੌਣ ਕਰੇਗਾ ਮੈਨੂੰ, ਡਰ ਆਏਗਾ। ਡਰ ਵਿੱਚ ਨੀਂਦ ਜਾਂਦੀ ਹੈ, ਬੰਦੇ ਨੂੰ ਨੀਂਦ ਨਹੀਂ ਆਉਂਦੀ। ਫਿਰ ਤੁਸੀਂ ਕਈ ਵਾਰੀ ਦੇਖਿਆ ਵੀ ਹੋਏ ਸ਼ਾਇਦ ਸਾਡੇ ਘਰ ਦੇ 'ਚ ਇਸ ਕਿਸਮ ਦੀਆਂ ਆਰਾਮਾਂ ਰਹੀਆਂ ਕਿ ਜੇ ਰਾਤ ਨੂੰ ਨੀਂਦ ਨਾ ਆਵੇ ਰੱਖਿਆ ਦੇ ਸ਼ਬਦ ਪੜ੍ਹੋ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਪਾਈ, ਸਤਿਗੁਰ ਪੂਰਾ ਭੇਟਿਆ ਔਰ ਬਣਤ ਬਣਾਈ। ਇਸੇ ਇਸ ਤਰੀਕੇ ਦੇ ਸ਼ਬਦ ਜਿਹੜੇ ਉਹ ਗਾਏ ਜਾਣ, ਪੜ੍ਹੇ ਜਾਣ, ਸੁਣੇ ਜਾਣ। ਇਹ ਕੀ ਹੈ? ਇਹ ਆਪਣੇ ਮਨ ਦੀ ਦੁਨੀਆ ਦੇ ਨਾਲ ਇੱਕ ਡਾਇਲੌਗ ਹੈ, ਇੱਕ ਦੱਸਣ ਦੀ ਗੱਲ ਆ। ਗੁਰੂ ਬਾਬਾ ਜੀ ਨੇ ਜਿਹੜਾ ਬਚਨ ਕਿਹਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਐਸਾ ਸੁਖਮਈ ਗੀਤ ਗਾਓ ਜਿਹੜਾ ਨਿਰਭੈ ਕਰ ਦੇ ਤੁਹਾਨੂੰ। ਹੁਣ ਨਿਰਭੈ ਕਿਹਦੇ ਤੋਂ ਹੋਣਾ? ਸਭ ਤੋਂ ਵੱਡੀ ਨਿਰਭੈਤਾ ਜਿਹੜੀ ਹੈ ਉਹ ਹੈ, ਜਿਵੇਂ ਸੋਹਿਲਾ ਸਾਹਿਬ ਦੀ ਬਾਤ ਹੀ ਪੜ੍ਹੀਏ ਤੇ ਬਚਨ ਆਇਆ, ਕਰ ਕਰ ਇਹੋ ਪਾਹੁਚਾ। ਇਹਨੂੰ ਪਹੁੰਚਾ ਵੀ ਪੜ੍ਹਦੇ ਨੇ ਕਈ ਵਾਰ, ਅਸੀਂ ਥੋੜ੍ਹਾ ਨੇਜ਼ਲ ਸਾਊਂਡ ਕਰ ਦਿੰਦੇ ਹਾਂ। ਨੋ ਦੈਟਸ ਨੋਟ ਐਕਚੁਅਲੀ, ਉਹਦੇ ਨਾਲ ਅਰਥ ਨਹੀਂ ਸਮਝ ਆਉਂਦੇ ਜਾਂ ਭਾਵ ਨਹੀਂ ਸਮਝ ਆਉਂਦਾ। ਪਾਹੁਚਾ, ਪਾਹੁਚਾ ਪੰਜਾਬੀ ਦਾ ਲਫ਼ਜ਼ ਹੈ ਪੋਚਾ, ਸਾਹਾ ਚਿੱਠੀ। ਜਦੋਂ ਅਸੀਂ ਟ੍ਰੈਡੀਸ਼ਨਲ ਕਲਚਰ 'ਚ ਦੇਖਦੇ ਹਾਂ, ਸੌਰੀ ਬਾਤ ਥੋੜ੍ਹੀ ਜਿਹੀ ਲੰਮੀ ਹੋ ਜਾਏਗੀ, ਕੋਵਿਡ-19 'ਚੋਂ ਲੰਘ ਰਹੇ ਹਾਂ, ਅਤੇ ਇਹਦੇ ਵਿੱਚ ਆਪ ਨੇ ਦੇਖਿਆ ਹੋਏਗਾ ਕਿ ਲਾਸਟ ਈਅਰ ਤੋਂ ਲੋਕਾਂ ਨੇ ਆਪਣੇ ਫੰਕਸ਼ਨਸ ਜਿਹੜੇ ਨੇ ਪਲਾਨ ਕੀਤੇ ਸੀ, ਖਾਸ ਕਰਕੇ ਮੈਰਿਜਸ, ਡੇਟਾਂ ਸੈੱਟ ਸੀਗੀਆਂ, ਸਭ ਕੁਝ ਉਸ ਤਰੀਕੇ ਦੇ ਨਾਲ। ਹਾਲਾਤ ਐਸੇ ਬਣੇ ਕਿ ਕੋਵਿਡ-19 ਕਰਕੇ ਰਿਸਟ੍ਰਿਕਸ਼ਨਸ ਵੱਧਦੀਆਂ ਗਈਆਂ, ਅਤੇ ਫਿਰ ਕਿਆ ਉਹ ਜੇ ਆਪਾਂ ਗ੍ਰੈਂਡ ਵੈਡਿੰਗਸ ਨਹੀਂ ਕਰ ਸਕਦੇ, ਫੈਟ ਵੈਡਿੰਗਸ ਫੰਕਸ਼ਨ ਨਹੀਂ ਕਰ ਸਕਦੇ, what's the point to get married? What's the point to do this kind of actually occasion? ਹਾਲਾਂਕਿ ਮਾਇਨੇ ਇਹ ਥੋੜ੍ਹਾ ਕਿ ਲੋਕ ਵਿਖਾਵਾ ਹੀ ਸਭ ਕੁਛ ਹੁੰਦਾ ਆ। ਉਹਦੇ 'ਚ ਤੇ ਇੱਕ ਅੰਡਰਸਟੈਂਡਿੰਗ ਹੈਗੀ, ਦੋ ਇੰਡੀਵਿਜੂਅਲਸ ਨੇ ਇੱਕ ਛੱਤ ਹੇਠ ਇਕੱਠੇ ਰਹਿ ਕੇ ਜ਼ਿੰਦਗੀ ਦੇ ਸਫ਼ਰ ਨੂੰ ਮਾਣਦਿਆਂ ਹੋਏ ਹਮ ਸਫ਼ਰ ਹੋਣਾ। ਪਰ ਉਹ ਹੈ ਕਿ ਉਹਦੇ ਬਾਰੇ ਇਸ ਕਿਸਮ ਦੀ ਸੋਚ। ਫਿਰ ਇਹ ਕਿ ਅਸੀਂ ਵੈਸੇ ਪੰਜਾਬੀ ਹਾਂ, ਵੈਸੇ ਅਸੀਂ ਸਿੱਖ ਵੀ ਹਾਂ, ਵੈਸੇ ਸਾਡੇ ਕੋਲ ਬਹੁਤ ਸਾਰੀਆਂ ਕਲਚਰਲ ਸਾਈਡ ਤੋਂ
ਮਾਫੀ ਚਾਹਾਂਗਾ। ਉਹਨਾਂ ਚੀਜ਼ਾਂ ਨੂੰ ਅਸੀਂ ਬੜਾ ਸਪੋਰਟ ਵੀ ਕਰਦੇ ਹਾਂ, ਬੜੀਆਂ ਗੱਲਾਂ ਵੀ ਕਰਦੇ ਹਾਂ। ਤੇ ਜਦੋਂ ਇਸ ਦੀ ਬਾਤ ਆਉਂਦੀ ਹੈ ਸਾਡੇ ਘਰ 'ਚ ਜਾਂ ਸਾਡੇ ਕਲਚਰ 'ਚ, ਇੱਕ ਬਾਤ ਰਹੀ, ਜਦੋਂ ਇੱਕ ਵਾਰੀ ਕਿਸੇ ਦਾ ਸਾਹਾ ਲਿਖ ਦਿੱਤਾ, ਮੇਨ ਜਦੋਂ ਪੋਚਾ ਤੋੜ ਦਿੱਤਾ, ਸਾਹਾ ਚਿੱਠੀ ਆ ਗਈ, ਤੋੜ ਦਿੱਤੀ, ਉਸ ਤੋਂ ਬਾਅਦ ਦੁਨੀਆ ਇੱਧਰ ਦੀ ਇੱਧਰ ਹੋ ਜਾਏ। ਜਿਹੜੇ ਦੋ ਇੰਡੀਵਿਜੂਅਲਸ ਨੇ ਉਸ ਰਿਸ਼ਤੇ, ਉਸ ਸੰਬੰਧ 'ਚ ਵੱਜਣਾ ਆ, ਜੇ ਉਹਨਾਂ ਦੇ ਸਾਥ ਚੱਲਦੇ ਨੇ, ਦੈਨ ਡੈਫੀਨੇਟਲੀ ਉਹ ਜਿਹੜਾ ਵਿਵਾਹ ਹੈ, ਇਟ ਵਿਲ ਹੈਪਨ, ਇਹ ਹੋਏਗਾ। ਇਹ ਪੱਕਾ, ਇਹ ਸੋਲਿਡ ਸੀਗਾ ਇਸ ਤਰੀਕੇ ਨਾਲ। ਜਿਹੜੇ ਕਮਿਟਮੈਂਟ ਹੁੰਦੇ ਨੇ, ਇਹ ਬਹੁਤਾਇਤ ਕਈ ਵਾਰੀ ਨਫੇ ਨੁਕਸਾਨ ਨਾਲ ਨਹੀਂ ਬੱਧੇ ਹੁੰਦੇ। ਕਮਿਟਮੈਂਟ ਮੀਨ ਕਮਿਟਮੈਂਟ। ਕਿਉਂਕਿ ਦੇਖੋ, ਫਿਰ ਮੈਂ ਬੇਨਤੀ ਕਰਾਂਗਾ, ਜਿਹੜੀਆਂ ਰਿਲੇਸ਼ਨਸ਼ਿਪਸ ਨੇ ਨਾ, ਅੱਜ ਦੁਨੀਆ ਨੂੰ ਪਤਾ ਨਹੀਂ ਕਿਵੇਂ ਸਮਝਾਇਆ ਜਾਏਗਾ, ਕਿਵੇਂ ਦੱਸਿਆ ਜਾਏਗਾ, ਆਈ ਹੈਵ ਨੋ ਆਈਡੀਆ। ਮੈਂ ਤਾਂ ਇਸ ਮੁਲਕ 'ਚ ਆ ਕੇ ਸੋਸ਼ੀਓਲੋਜੀ ਪੜ੍ਹੀ ਹੈ, ਸੋਸ਼ਲ ਸਾਇੰਸਿਸ ਦੇ ਨਾਲ ਜੁੜਿਆ ਰਿਹਾ ਕਾਫੀ ਸਮਾਂ। ਉਹਦੇ 'ਚ ਇਹ ਹੈਗਾ ਕਿ there are two ways to incorporate new members in our families. One is Mother Nature blesses us new babies. ਤੁਸੀਂ ਦੇਖਿਆ ਹੋਵੇਗਾ, people welcome them, raise them, enjoy them, love them. And even they use this word, we have blessed with baby boy or with baby girl. ਉਹਨੂੰ blessing ਦੇ ਤੌਰ ਤੇ ਐਕਸੈਪਟ ਕਰਦੇ ਨੇ। ਹਾਲਾਂਕਿ ਇਹਦੇ ਬਾਰੇ ਵੀ ਅਮਰੀਕਾ ਦੇ ਵਿੱਚ ਇੱਕ ਉਹਨਾਂ ਨੇ ਪੂਰੀ ਦੀ ਪੂਰੀ ਬਲੈਕ ਮਾਰਕੀਟ ਫੜੀ ਸੀ, ਜਿਹਦੇ 'ਚ ਮਾਂ ਬਾਪ ਨੇ ਬੱਚਾ ਪੈਦਾ ਕੀਤਾ। 5-7 ਸਾਲ ਗੁਜ਼ਰੇ, ਪਤਾ ਲੱਗਾ, ਓਹੋ ਮੇਰਾ ਤੇ ਡ੍ਰੀਮ ਐਵੇਂ ਦਾ ਸੀਗਾ, ਇਹ ਬੱਚਾ ਤੇ ਉਸ ਡ੍ਰੀਮ ਦੇ ਨੇੜੇ ਵੀ ਨਹੀਂ ਹੈਗਾ, ਸੋ ਆਈ ਡੋਂਟ ਵਾਂਟ ਦਿਸ ਕਿਡ, ਸੋ ਵਟ ਟੂ ਡੂ। ਹੁਣ ਇਹਨੂੰ ਮੈਂ ਤੇ ਬਾਉਂਡ ਆ ਇਹਦੇ ਨਾਲ, ਕਿਉਂਕਿ ਮੈਨੂੰ ਸੋਸਾਇਟੀ ਵੀ ਕਹੇਗੀ, ਲੀਗਲ ਸਿਸਟਮ ਵੀ ਕਹੇਗਾ, ਕੀ ਕੀਤਾ ਜਾਏ। ਇੱਕ ਜਿਹੜਾ ਹੈਗਾ ਆ ਬਲੈਕ ਮਾਰਕੀਟ 'ਚ ਇੱਕ ਵੈਬਸਾਈਟ ਚੱਲਣ ਲੱਗ ਗਈ, ਮੈਂ ਇਸ ਬੱਚੇ ਨੂੰ ਗਿਵ ਅਵੇ ਕਰਨਾ ਆ। ਉੱਥੇ ਅਡਾਪਸ਼ਨ ਵਾਲੇ ਆ ਗਏ, ਹਾਲਾਂਕਿ ਇਲੀਗਲ ਆ, ਮਾਂ ਬਾਪ ਹੈਗੇ ਨੇ, ਬਾਇਓਲੋਜੀਕਲ ਪੇਰੈਂਟ ਹੈਗੇ ਨੇ, ਕੋਈ ਸਿੱਧਾ ਰੀਜ਼ਨ ਨਹੀਂ ਹੈਗਾ। ਦੂਜੇ ਲੋਕ ਇਸ ਤਰੀਕੇ ਨਾਲ, ਤੇ ਕਈ ਸਾਲ ਚੱਲਿਆ। ਇਹਦੇ ਬਾਰੇ ਬੜੀ ਲੰਮੀ ਚੌੜੀ ਬਾਅਦ 'ਚ ਨਿਊਜ਼ ਬਣੀ, ਰਿਸਰਚ ਆਈ, ਬਹੁਤ ਚੀਜ਼ਾਂ ਆਈਆਂ ਉਹਦੇ 'ਚ ਨਿਕਲ ਕੇ। ਉਹ ਵੀ ਇਸ ਤਰ੍ਹਾਂ ਹੋਇਆ ਕਿ ਸਪੋਜ਼ ਕਰੋ ਕਿ ਬੱਚਾ ਗਿਵ ਅਵੇ ਕਰਤਾ, ਉਹ ਫੈਮਿਲੀ ਕੋ ਬੱਚਾ ਲੈ ਗਈ। ਉਹਨਾਂ ਦਿਨਾਂ 'ਚ ਬੱਚੇ 'ਚ ਕੁਝ ਬਿਹੇਵੀਅਰਲ ਇਸ਼ੂ ਸੀਗੇ, ਕਰਦਿਆਂ ਉਦੋਂ 8 ਸਾਲ ਦਾ ਸੀਗਾ, 12 ਸਾਲਾਂ ਬਾਅਦ 20 ਸਾਲ ਦਾ ਹੋ ਗਿਆ, ਯੂਨੀਵਰਸਿਟੀ ਚਲਾ ਗਿਆ, 22 ਸਾਲ ਦਾ ਹੋ ਗਿਆ, ਯੂਨੀਵਰਸਿਟੀ ਡਨ ਕਰ ਦਿੱਤੀ। ਮੁੜ ਕੇ ਪਿਛਲੇ ਪੇਰੈਂਟਸ ਨੂੰ ਪਤਾ ਲੱਗਾ ਵੀ ਉਹ ਤੇ ਕਮਾਲ ਹੋ ਗਈ, ਉਹ ਤੇ ਐਕਚੁਅਲੀ ਲਾ ਸਕੂਲ ਚਲਾ ਗਿਆ। ਦੈਟ ਇੰਡੀਵਿਜੂਅਲ ਇਜ਼ ਸੋ ਨਾਈਸ, ਉਹ ਕਲੇਮ ਕਰਨ ਵਾਸਤੇ ਆ ਗਿਆ, ਅਜੀਬ ਹਾਲਤ ਬਣ ਗਈ, ਉਹ ਸਾਰਾ ਪਾ ਜੁਗੜ ਗਿਆ। ਮਗਰ ਇਹ ਰਿਐਲਿਟੀ ਹੈ ਵੀ ਇਹ ਚੀਜ਼ਾਂ ਜੇ ਬੇਸਿਕ ਲੈਵਲ ਤੇ ਦੇਖੀਏ ਕਿ ਵੰਸ ਵੀ ਗੈਟ ਇਨਵੋਲਵਡ ਇਨ ਐਨ ਰਿਲੇਸ਼ਨਸ਼ਿਪ, ਸਪੈਸ਼ਲੀ ਵੈਨ ਦ ਮਦਰ ਨੇਚਰ ਬਲੈਸ ਅਸ, ਵੀ ਨੈਵਰ ਰੀਥਿੰਕ ਅਬਾਊਟ ਇਟ, ਵੀ ਨੈਵਰ ਹੈਵ ਦੈਟ ਸੈਕਿੰਡ ਥਾਟ, should I undo this relationship or should I continue it? No, that is bliss. So ਇਸ ਰੂਪ ਦੇ ਵਿੱਚ ਆ। Second way to incorporate new members in our families is by commitment. But how people think most of the time, if things go according to my wishes, then okay, if don't, then who care? ਇਸੇ ਲਈ ਵਿਆਹ ਨੂੰ ਇੱਕ ਸਪਿਰਿਚੁਅਲ ਸੈਟਿੰਗ 'ਚ ਲਿਆਂਦਾ ਜਾਂਦਾ। Two individuals are going to get each other, ਇੱਕ ਦੂਜੇ ਨੂੰ ਪ੍ਰਾਪਤ ਕਰਨਗੇ in a spiritual setting as a gift of ਵਾਹਿਗੁਰੂ ਜੀ। ਇਹ ਐਕਚੁਅਲ ਅੰਡਰਸਟੈਂਡਿੰਗ ਉਹਦੇ 'ਚ ਹੋਏ। ਪਰ ਇਹ ਚੀਜ਼ਾਂ ਇਸ ਤਰੀਕੇ ਨਾਲ ਨਾ ਸਮਝੀਆਂ, ਨਾ ਸਮਝਾਈਆਂ, ਨਾ ਦੱਸੀਆਂ, ਨਾ ਕਿਸੇ ਨੇ ਉਸ ਲੈਵਲ 'ਤੇ ਉਹਨਾਂ ਨੂੰ ਅਡਾਪਟ ਕਰਨ ਦੀ ਟਰਾਈ ਕੀਤੀ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀ ਉੱਤੇ ਐਮਫਸਾਈਜ਼ ਕਰਾਂ। ਹੁਣ ਸਾਹਾ ਚਿੱਠੀ ਜਿਹੜੀ ਬੇਨਤੀ ਕਰ ਰਿਹਾ ਸੀ ਲਿਖੀ ਗਈ, ਕਮਿਟਮੈਂਟ ਕੀਤਾ ਕਿ ਹਾਂ ਫੁੱਲਫਿਲ ਕਰਾਂਗੇ, ਕੀਤਾ ਭਾਈ। ਪਰ ਉਹ ਕਲਚਰਲ ਸੈਟਿੰਗ, ਮੈਂ ਕਿਹਾ ਕੋਵਿਡ-19 ਚੱਲ ਰਿਹਾ, ਕੌਣ ਸਾਹੇ ਚਿੱਠੀ ਦੀ ਪਰਵਾਹ ਕਰਦਾ, ਕੌਣ। ਵੈਸੇ ਅਸੀਂ ਬੜੀਆਂ ਅੱਗੇ ਤੋਂ ਅੱਗੇ ਫੈਟ ਵੈਡਿੰਗ ਦੂਜੀ ਤੀਜੀ 'ਤੇ ਫੋਕਸ ਰੱਖਿਆ। ਖੈਰ, ਬੇਨਤੀ ਕਰ ਰਹੇ ਹਾਂ ਅੱਗੇ, ਜਿਹੜਾ ਇਹੋ ਜਿਹੀ
बात बड़े ज्ञान वाली सोझी वाली रचना पढ़ी या सुनी तो सुन के छड्डती, सुन के ਉਹਨੂੰ ਗ੍ਰੈਬ नहीं ਕੀਤਾ। हाँ ਤੁਸੀਂ ਹੋ ਸਕਦਾ ਜੇ ਸਪੋਜ਼ ਕਰੋ मैं बोल ਰਿਹਾ, मैं बहुत ਵਧੀਆ ਤਰੀਕੇ ਨਾਲ ਸੋਹਲਾ ਸਾਹਿਬ ਦਾ ਪਾਠ ਤੁਹਾਨੂੰ ਸੁਣਾ ਦਿਆਂ, ਤੁਸੀਂ ਸੁਣ ਲਵੋ, मैं ਸੁਣ ਲਵਾਂ, ਆਪ ਪੜ੍ਹ ਕੇ ਆਪ ਸੁਣ ਲਵਾਂ, ਪਰ ਜਿੰਨੀ ਦੇਰ ਤੱਕ ਮੈਂ ਉਹਦੀ ਡੀਪ ਲੈਵਲ ਤੇ ਉਹਦੇ ਨਾਲ ਅੰਗੇਜ ਨਹੀਂ ਹੁੰਦਾ ਆਪਣੇ ਇਨਰ ਵਰਲਡ ਦੇ ਵਿੱਚ, ਮੈਨੂੰ ਉਹਦਾ ਕੋਈ ਅਹਿਸਾਸ ਨਹੀਂ ਉਹ ਕੀ ਕਹਿ ਰਿਹਾ ਹੈਗਾ। ਜੇ ਅਹਿਸਾਸ ਆ ਜਾਏ ਤੇ ਫਿਰ ਡਰ ਚੁੱਕੇ ਜਾਂਦੇ ਨੇ ਸਾਰੇ, ਫਿਰ ਬੰਦੇ ਨੂੰ ਸੁੱਖ ਦੀ ਨੀਂਦ ਆਉਂਦੀ ਹੈ, ਫਿਰ ਬੰਦਾ ਇੱਕ ਹਾਇਰ ਲੈਵਲ ਤੇ ਚਲਾ ਜਾਂਦਾ ਹੈ। ਸਪੋਜ਼ ਇਹਨੂੰ ਹੋਰ ਸਰਲ ਕਰ ਦਿੰਦਾ ਵਾਂ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਸਾਡਾ ਮੈਸੇਜ ਬੜੀ ਦੂਰ ਤੱਕ ਜਾਂਦਾ ਆ। ਇਹਨਾਂ ਦਿਨਾਂ 'ਚ ਤੁਸੀਂ ਉੱਥੇ ਪੰਜਾਬ ਦੀ ਫਿਜ਼ਾਂ ਤੇ ਖਾਸ ਕਰਕੇ ਭਾਰਤੀ ਖਿੱਤੇ ਦੇ ਵਿੱਚ ਇੱਕ ਬੜੀ ਵੱਡੀ ਮੂਵਮੈਂਟ ਦੇਖ ਰਹੇ ਹੋ। ਉਹਦੇ ਅੰਦਰ ਲੋਕ ਮੁਹਾਜ ਹੈ, ਲੋਕ ਚੇਤਨਾ ਵਿੱਚੋਂ ਇੱਕ ਆਪ ਮੁਹਾਰੇ ਆਪਣੇ ਹੱਕਾਂ ਲਈ, ਆਪਣੀ ਹੋਂਦ ਲਈ ਲੜ ਰਹੇ ਲੋਕ ਨੇ। ਪਰ ਫਿਰ ਵੀ ਕੁਝ ਆਗੂ ਤੇ ਹੋਣਗੇ ਨਾ ਅੱਗੇ, ਅਗਵਾਈ ਕਰਨੀ ਇਟਸ ਨੋਟ ਈਜ਼ੀ ਥਿੰਗ। ਕਹਿਣਾ ਬੜਾ ਸੌਖਾ ਹੁੰਦਾ, ਜਿਹੜੀ ਲੀਡ ਕਰਨਾ ਹੈ ਕਿਸੇ ਚੀਜ਼ ਨੂੰ, ਡਾਇਰੈਕਟ ਕਰਕੇ ਡਾਇਰੈਕਸ਼ਨ ਦੇ ਕੇ ਲੈ ਕੇ ਜਾਣਾ, ਇਟਸ ਰੀਅਲੀ ਇੱਕ ਬੜੀ ਵੱਡੀ ਇਹੀ ਸੈਲਫਲੈਸ, ਇਹੀ ਅਸਲ ਵਿੱਚ ਨਿੱਜ ਤੋਂ ਉੱਪਰ ਉੱਠ ਕੇ ਸੇਵਾ ਆ। ਇਹਦੇ ਅੰਦਰ ਡਰ ਆ, ਲੋਕਾਂ ਦੀ ਫਿਜ਼ੀਕਲ ਅਸੈਸੀਨੇਸ਼ਨ ਹੋ ਜਾਂਦੀ ਹੈ, ਲੋਕਾਂ ਨੂੰ ਫਿਜ਼ੀਕਲੀ ਮਾਰ ਦਿੱਤਾ ਜਾਂਦਾ ਹੈ, ਇਹ ਸਭ ਕੁਛ। ਪਰ ਜੇ ਫਿਜ਼ੀਕਲ ਅਸੈਸੀਨੇਸ਼ਨ ਹੋ ਜਾਏ ਇਹੋ ਜਿਹੀ ਮੂਵਮੈਂਟ, ਇਹੋ ਜਿਹੀਆਂ ਜਗ੍ਹਾ ਦੇ ਵਿੱਚ, ਉਹ ਸ਼ਹੀਦ ਬਣਦੇ ਨੇ, ਉਹ ਤੇ ਮਰਜੀਵੜੇ ਹੋ ਜਾਂਦੇ ਨੇ, ਇਹ ਵੀ ਸੱਚ ਹੈ। ਪਰ ਇਸ ਤੋਂ ਵੱਡੀ ਚੀਜ਼ ਹੈ ਕਰੈਕਟਰ ਅਸੈਸੀਨੇਸ਼ਨ। ਇਹ ਬੜਾ ਡਰ ਲੱਗਦਾ ਲੋਕਾਂ ਨੂੰ। ਸੋ ਗੁਰੂ ਸਾਹਿਬ ਜਿਹੜੀ ਬਾਤ ਕਰਦੇ ਹੋਏ ਹੈ, ਚੀਜ਼ਾਂ ਨੂੰ ਗਾ ਵੀ, ਚੀਜ਼ਾਂ ਨੂੰ ਸੁਣ ਵੀ, ਪਰ ਸੁਣਨ ਦਾ ਮਤਲਬ ਇਹ ਹੈ ਅਟੈਂਟਿਵ ਲਿਸਨਰ, ਅਟੈਂਡ ਕਰ ਉਹਨਾਂ ਨੂੰ ਸੁਰਤ ਕਰਕੇ ਅੰਦਰ। ਜੇ ਪ੍ਰੋਸੈਸ ਕਰੇਗਾ ਤੇ ਫਿਰ ਜ਼ਿੰਦਗੀ 'ਚ ਇੱਕ ਚੀਜ਼ ਜਿਹਦੀ ਸਾਨੂੰ ਸਭ ਨੂੰ ਬੜੀ ਵੱਡੇ ਲੈਵਲ ਤੇ ਲੋੜ ਹੈ, ਇੱਥੇ ਬਚਨ ਆਇਆ, ਸੁਣ ਹਰ ਗੁਣ ਭੀਨੇ ਸਹਿਜ ਸੁਭਾਏ। ਸੁਭਾਅ ਕਰਕੇ ਦੇਖੋ, ਅਸੀਂ ਆਪਣੇ ਲੋਕ ਦੰਤ ਕਹਾਣੀਆਂ, ਦੰਤ ਕਥਾਵਾਂ, ਜਿਹੜਾ ਲੋਕ ਮਨਾਂ ਵਿੱਚ ਉਕਰੀਆਂ ਹੋਈਆਂ ਚੀਜ਼ਾਂ ਨੇ, ਉਹਨਾਂ 'ਚੋਂ ਬਹੁਤ ਕੁਝ ਅਕਸਰ ਗੱਲਾਂ ਕਰਦੇ ਹਾਂ, ਅਸੀਂ ਉਸ ਨੂੰ ਅਹਿਸਾਸ ਸਕੀਏ, ਕਿਉਂਕਿ ਉਹਦਾ ਕੋਈ ਇੱਕ ਸਪੈਸੀਫਿਕ ਸੋਰਸ ਨਹੀਂ ਗਾ, ਉਹ ਸਾਡਾ ਸਾਰਿਆਂ ਦਾ ਸਾਂਝਾ ਸੋਰਸ ਆ। ਜਿਵੇਂ ਇੱਥੇ ਇਹਨਾਂ ਸਟੇਜਾਂ 'ਤੇ ਅਸੀਂ ਕਈ ਵਾਰੀ ਬਾਤ ਕਰਨੇ ਆ ਕਿ ਕਿਸੇ ਕਿਸਾਨ ਨੂੰ ਇਹ ਗੱਲ ਕਿਸੇ ਨੇ ਕਹਿ ਦਿੱਤੀ ਕਿ ਦੇਖ 24 ਘੰਟਿਆਂ ਦੇ ਵਿੱਚੋਂ 8 ਪਹਿਰਾਂ ਦੇ ਵਿੱਚੋਂ ਇੱਕ ਘੜੀ ਐਸੀ ਹੁੰਦੀ ਹੈ ਜਿਹੜੀ ਮੂੰਹ 'ਚੋਂ ਗੱਲ ਕਹੀਏ ਸੱਚੀ ਹੋ ਜਾਂਦੀ ਹੈ। ਉਹਨੇ ਕਿਹਾ ਨਹੀਂ, ਮਿਹਨਤ ਕਰਦਾ ਹਾਂ, ਇਹ ਵੀ ਕਰਕੇ ਵੇਖ ਲੈਣਾ। ਉਹਨੇ ਉਹਨਾਂ ਦਿਨਾਂ 'ਚ ਲੱਕੜ ਹਲਦੇ ਹੁੰਦੇ, ਜੋ ਹਲ ਲੱਕੜ ਦੇ ਹੁੰਦੇ ਸੀਗੇ, ਸੋ ਉਹਨੇ ਆਪਣਾ ਜਿਹੜਾ ਹੈਗਾ ਕਲਟੀਵੇਸ਼ਨ ਕਰਨ ਵਾਲਾ ਜਿਹੜਾ ਖਾਸ ਕਰਕੇ ਉਹ ਸੰਦ ਸੀਗਾ ਉਹਦਾ, ਉਸ ਟੂਲ ਨੂੰ ਉਸਨੇ ਆਪਣੇ ਹੱਥਾਂ ਵਿੱਚ ਚੱਕਿਆ ਤੇ ਚੱਕ ਕੇ ਖੜਾ ਹੋ ਗਿਆ। ਉਸ ਫਿਰ ਦਿਨ ਚੜ੍ਹਿਆ ਤਾਂ ਉਹਨੇ ਕਿਹਾ ਬਸ ਇੱਥੋਂ ਸ਼ੁਰੂ ਕਰ ਦੇਣਾ। ਜਿਉਂ ਸ਼ੁਰੂ ਹੋਇਆ, ਸੋਨੇ ਦਾ ਬਣ ਜਾ, ਸੋਨੇ ਦਾ ਬਣ ਜਾ, ਇਹ ਬੋਲੀ ਗਿਆ, ਬੋਲੀ ਗਿਆ, ਬੋਲੀ ਗਿਆ। ਅਸੀਂ ਦੰਤ ਕਥਾ ਕਈ ਵਾਰੀ ਸੁਣੀ ਹੈ, ਇੱਕ ਦੂਜੇ ਨੂੰ ਸੁਣਾਈ ਹੈ। ਸ਼ਾਮ ਪੈ ਗਈ, ਰਾਤ ਪੈ ਗਈ, ਅਗਲਾ ਦਿਨ ਚੜ੍ਹਨ ਵਾਲਾ ਹੋ ਗਿਆ। ਹੁਣ ਆਖਰਕਾਰ ਪੇਸ਼ੈਂਸ ਵੀ ਬੰਦੇ ਦਾ ਇੱਕ ਲੈਵਲ ਤੇ ਹੁੰਦਾ ਆ, ਹੁਣ ਉਹ ਪੇਸ਼ੈਂਸ ਲੂਜ਼ ਕਰਨ ਲੱਗਾ। ਹੁਣ ਲੱਗਾ ਵੀ ਉਹ that is not right, totally, it's totally someone actually have cheated me, this is not, ਇੱਕ totally wrong ਚੀਜ਼ ਕਿਸੇ ਦੱਸੀ ਮੈਨੂੰ। ਅਖੀਰ ਜਿਵੇਂ ਸੂਰਜ ਚੜ੍ਹਨ ਵਾਲੀ ਲਾਲਿਮਾ ਫਟੀ, ਇੱਕਦਮ ਉੱਥੇ ਆਈ, ਗੁੱਸੇ 'ਚ ਆਏ ਹੋਏ ਨੇ, ਇੱਕਦਮ ਕਹਿੰਦੇ ਨੇ ਜਿਹੜਾ ਹਲ ਹੱਥ 'ਚ ਫੜਿਆ ਸੀਗਾ ਜ਼ੋਰ ਲਗਾ ਕੇ ਦੂਰ ਸੱਟਿਆ, ਤੇ ਨਾਲੇ ਸੱਟਿਆ ਤੇ ਨਾਲੇ ਕਹਿੰਦਾ ਓਏ ਸੋਨੇ ਦਾ ਨਹੀਂ ਹੋਣਾ ਤੇ ਲੋਹੇ ਦਾ ਹੀ ਹੋ ਜਾ। ਉਹ ਲੋਹੇ ਦਾ ਹੋ ਗਿਆ। ਹਾਲਾਂਕਿ ਐਵੇਂ ਹੁੰਦਾ ਨਹੀਂ ਗਾ, ਨਾ ਹੋਇਆ ਕਦੇ। ਇਹ ਦੰਤ ਕਥਾ ਆ। ਧਰਤੀ ਦੀ ਹਰ ਚੀਜ਼ ਸਾਡੇ ਪੇਸ਼ੈਂਸ ਨੂੰ, ਧਰਤੀ ਆਪ, ਧਰਤੀ ਦਾ ਜਿਹੜਾ ਨਾ ਸਬਰ ਦਾ ਪ੍ਰਤੀਕ ਹੈ, ਧਰਤੀ ਸਬਰ ਦਾ ਪ੍ਰਤੀਕ ਹੈ।
ਧਰਤੀ ਦੇ ਆਗੋਸ਼ 'ਚ ਬੀਜ ਪਾਉਂਦੇ ਆ, ਸਬਰ ਰੱਖਦੇ ਆ, ਇੱਕ ਦਿਨ ਧਰਤੀ ਉਸ ਨੂੰ ਫਲੀਫੂਤ ਕਰਦੀ ਹੈ। ਆਪ ਕਿੰਨਾ ਕੁਝ ਵੇਖਦੀ ਹੈ, ਕਿੰਨਾ ਜ਼ੁਲਮ ਹੁੰਦਾ, ਕਿੰਨਾ ਕੁਝ, ਪਰ ਸਭ ਚੀਜ਼ਾਂ ਨੂੰ ਆਪਣੇ ਅੰਦਰ ਬਰਦਾਸ਼ਤ ਕਰੀ ਜਾਂਦੀ ਹੈ। ਪਰ ਇੱਕ ਲੈਵਲ ਐਸਾ ਹੁੰਦਾ ਆ, ਜਿਵੇਂ ਸ਼ਬਦ ਪੜ੍ਹੇ ਨਾ ਵੀ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ। ਪੈਰਾਂ ਹੇਠ ਦੱਬੀ ਹੋਈ ਧਰਤੀ ਜਿਹੜੀ ਹੈ ਬਿਲਕੁਲ ਉੱਪਰ ਸਤਿਕਾਰ ਨੂੰ ਪ੍ਰਾਪਤ ਕਰਦੀ ਹੈ। ਸੋ ਇਹ ਹੈ, ਪਰ ਇਹ ਹੋਏਗਾ ਉਦੋਂ ਜਦੋਂ ਹਰ ਗੁਣ ਉਸ ਨੂੰ ਸੁਣਾਂਗੇ। ਇੱਕ ਇਹੋ ਜਿਹੇ ਜੀਵਨ ਨੂੰ ਮੰਡਿਤ ਕਰਨ ਵਾਲੇ ਸੰਦੇਸ਼, ਉਪਦੇਸ਼, ਉਹਨਾਂ ਨੂੰ ਅਟੈਂਡ ਕਰਾਂਗੇ, ਪ੍ਰੋਸੈਸ ਕਰਾਂਗੇ। ਗੁਰੂ ਮਹਾਰਾਜ ਕਹਿੰਦੇ ਸੁਣ ਹਰ ਗੁਣ ਭੀਨੇ, ਜਦੋਂ ਅੰਦਰ ਭਿੱਜੇਗਾ ਉਹਦੇ ਨਾਲ ਸਹਿਜ ਸੁਭਾਏ, ਫਿਰ ਸਹਿਜ ਸੁਭਾ ਆਪ ਮੁਹਾਰੇ, ਇੱਕ ਸਹਿਜ ਦੀ ਅਵਸਥਾ, ਇੱਕ ਐਸੀ ਅਵਸਥਾ ਜਿਸ ਅਵਸਥਾ ਦੇ ਵਿੱਚ ਟਿਕਾ ਹੋਏਗਾ, ਪੇਸ਼ੈਂਸ ਹੋਏਗਾ। ਗੁਰਮਤਿ ਸਹਿਜੇ ਨਾਮ ਤੇ ਆਏ, ਇਹੀ ਗੁਰੂ ਕੀ ਮੱਤ ਹੈ, ਇਹੀ ਸੁਪੀਰੀਅਰ ਵਿਜ਼ਡਮ ਹੈ ਗੁਰੂ ਦੀ, ਜਿਹਨੂੰ ਕਹਿ ਕਿ ਵਿਜ਼ਡਮ ਆਫ ਆਵਰ ਮਾਸਟਰ। ਗੁਰੂ ਇਹੀ ਸਿਖਾ ਰਿਹਾ ਸਾਨੂੰ। ਗੁਰੂ ਨਾਨਕ ਸਾਹਿਬ ਦੀ ਮੱਤ ਲੈਣੀ ਹੋਏ ਤੇ ਸਿੰਪਲ ਆ, ਜਪਜੀ ਸਾਹਿਬ ਪੜ੍ਹਦੇ ਹੋ, ਅਖੀਰ ਤੇ ਆ ਜਾਓ। ਮੈਂ ਤਾਂ ਕਈ ਵਾਰੀ ਕਹਿੰਦਾ, ਸਪੋਜ਼ ਵੀ ਆਰ ਰੀਡਿੰਗ ਜਪਜੀ ਸਾਹਿਬ and same time we have a question, Baba Nanak ji, why did you gift this Bani to us? Why we have a code of conduct which insists us to recite this Bani every day? So Baba ji is giving answer in the same Bani. If we come on the bilkul last part of that Bani, Baba ji is saying, Jat pahara tiraj sunyar, is karke tenu aa mil sake। ਜੀਵਨ ਦੇ ਵਿੱਚ ਉਹੀ ਮਨੁੱਖ ਸੁਹੇਲਾ ਹੋਇਆ ਹੈ, ਸੁਖਮਈ ਹੋਇਆ ਹੈ, ਜਿਹਦੇ ਕੋਲ ਜਤ ਹੈ, ਜਿਹਦੇ ਕੋਲ ਧੀਰਜ ਹੈ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ, ਜਿਹਦੇ ਕੋਲ ਮਤ ਹੈ, ਵੇਦ ਹਥਿਆਰ, ਜਿਹਦੇ ਕੋਲ ਵੇਦ ਫਲਸਫਾ, ਜੀਵਨ ਦੀ ਉਮਦਾ ਕਿਸਮ ਦੀ ਗਿਆਨ ਤੇ ਸੋਝੀ ਅੰਦਰ ਹੈ। ਇਹ ਚੀਜ਼ਾਂ ਜਿਹੜੀਆਂ ਨੇ ਜੀਵਨ ਨੂੰ ਕਾਰਗਰ ਬਣਾਉਂਦੀਆਂ ਨੇ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਗੁਰਮਤਿ ਸਹਿਜੇ ਨਾਮ ਤੇ ਆਏ, ਗੁਰੂ ਕੀ ਮਤ ਲੈ ਕੇ ਸਹਿਜੇ ਆਪ ਮੁਹਾਰੇ ਉਸ ਨਾਮ ਦੀ ਜਿਹੜੀ ਹੈ ਉਸ ਨੂੰ ਧਿਆਉਣ ਦੀ ਬਾਤ ਆ ਗਈ। ਫਿਰ ਕਿਆ ਜਿਨ ਕੋ ਧੁਰ ਲਿਖਿਆ, ਵਾਰ-ਵਾਰ ਗੁਰਬਾਣੀ 'ਚ ਸ਼ਬਦ ਵੀ ਆਉਂਦੇ ਨੇ, ਧੁਰ ਲਿਖਿਆ। ਕੁਝ ਐਸੇ ਪੁਰਬਲੇ ਸੰਸਕਾਰ ਨੇ ਜਿਹੜੇ ਸਾਡੇ ਅੰਦਰ ਪਏ ਹੁੰਦੇ ਨੇ ਤੇ ਵਕਤ ਪਾ ਕੇ ਪ੍ਰਫੁੱਲਤ ਹੁੰਦੇ ਨੇ, ਫੁੱਟਦੇ ਨੇ। ਜੇ ਮਦਰ ਨੇਚਰ ਦੇ ਲਾਅ ਨੂੰ ਦੇਖੀਏ ਤੇ ਮਦਰ ਨੇਚਰ ਦਾ ਲਾਅ ਇਹ ਹੈ ਕਿ ਜਿਵੇਂ ਸਾਡਾ ਹੈਬੀਟੈਟ ਹੁੰਦਾ, ਜਿਹੜਾ ਸਾਡਾ এনवायरमेंट ਹੁੰਦਾ ਆ, ਇਹ ਸਾਨੂੰ ਐਟਮੋਸਫੇਅਰ ਬਿਲਡ ਕਰਦਾ ਆ, ਇਹ ਸਾਨੂੰ ਉਹੋ ਜਿਹੇ ਹਾਲਾਤ ਮੁਹੱਈਆ ਕਰਾਉਂਦਾ, ਸਰਕਮਸਟੈਂਸਸ। ਹਾਂ, ਉਹਨਾਂ ਸਰਕਮਸਟੈਂਸ ਵਿੱਚ ਜੇ ਬੀਜ ਪਿਆ ਆ ਉਗ ਜਾਏਗਾ, ਜੇ ਬੀਜ ਹੀ ਨਹੀਂ, ਕਈ ਵਾਰ ਕੋਈ ਐਸਾ ਸੰਸਕਾਰ ਹੀ ਨਹੀਂ ਹੁੰਦਾ ਤੇ ਇਹਦੇ ਬਾਬਤ ਦਾਨੇ ਲੋਕ ਕਹਿੰਦੇ ਨੇ ਕੀਤਾ ਕੀ ਜਾਏ ਭਾਈ, ਹੁਣ ਬੀਜੋ। ਫਿਰ ਇਹਦੇ ਲਈ ਵੀ ਇਹ ਵੀ ਪੇਸ਼ੈਂਸ ਹੈ ਬੜਾ ਵੱਡਾ। ਤੇ ਗੁਰਮਤਿ ਸਕੂਲ ਆਫ ਥਾਟ ਨੇ ਬਲ ਸਮਝਾਈ ਹੈ ਸਾਨੂੰ। ਸਭ ਕਹਿੰਦੇ ਜੇ ਕਿਤੇ ਕੋਈ ਧੁਰ ਤੋਂ ਲਿਖੀ ਹੋਈ ਬਾਤ ਹੈ, ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ, ਉਹਨਾਂ ਨੂੰ ਫਿਰ ਗੁਰੂ ਨਾਲ ਸਾਂਝ ਪਾਉਣ ਦੀ ਜਾਚ ਆ ਗਈ। ਤਿਨ ਜਨਮ ਮਰਨ ਭਉ ਭਾਗਾ, ਜਨਮ ਮਰਨ ਦਾ ਭਉ ਭੱਗ ਜਾਣਾ, ਡਰ ਦੂਰ ਹੋ ਜਾਣਾ। ਜ਼ਿੰਦਗੀ ਬੇਸ਼ਕੀਮਤੀ ਹੈ। ਇੱਕ ਛੋਟਾ ਜਿਹਾ ਕੀੜਾ ਵੀ ਹੋਏ ਨਾ, ਉਹਨੂੰ ਵੀ ਮਾਰਨ ਲੱਗੋ ਤੇ ਉਹ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਇੰਤਹਾ ਯਤਨ ਕਰਦਾ ਆ। ਬੰਦਾ ਤੇ ਡੈਫੀਨੇਟਲੀ ਜੀ ਇਹ ਐਫਰਟ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਕਿਉਂ ਨਹੀਂ ਕਰੇਗਾ? ਕੌਣ ਮਰਨਾ ਚਾਹੇਗਾ? ਕਦੀ ਵੀ ਨਹੀਂ। ਬੰਦੇ ਦੀ ਹਾਲਤ ਇਹ ਹੈ, ਪੈ ਮਰਬੇ ਕੋ ਬਿਸਰਤ ਨਾ ਹਨ ਤੇ ਚਿੰਤਾ ਤਨ ਜਾਰਾ। ਕਿਤੇ ਸੋਚ ਵੀ ਆ ਜਾਏ ਨਾ ਮੈਂ ਮਰ ਜਾਣਾ ਇੱਕ ਦਿਨ, ਉਸ ਸੋਚ ਦੇ ਨਾਲ ਹੀ ਤਨ ਡਰ ਜਾਂਦਾ ਵੀ ਉਹ ਹੋਏ ਕਿ ਇਹ ਕਿਹੜੀ ਸੋਚ ਲਿਆ ਰਿਹਾ ਮਨ ਦੇ ਵਿੱਚ, ਐਵੇਂ ਤੇ ਹੋਣਾ ਹੀ ਨਹੀਂ ਚਾਹੀਦਾ। ਪਰ ਇਹ ਸੱਚਾਈ ਹੈ, ਮਰਨਾ ਤੈਅ ਹੈ, ਮਰਾਂਗੇ ਇੱਕ ਦਿਨ, ਸਾਰੇ ਮਰਦੇ ਨੇ। ਤੇ ਫਿਰ ਮਰਨਾ ਹੀ ਨਹੀਂ, ਵਾਰ-ਵਾਰ ਜੰਮਣਾ ਵੀ ਤੈਅ ਹੈ। ਜਿਹੜੀ ਰਿਕਾਰਨੇਸ਼ਨ ਹੈ, ਭਾਵੇਂ ਸਾਈਕਲ ਇਸ ਤਰੀਕੇ ਨਾਲ ਚੱਲਦੇ ਨੇ, ਪਰ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਤਿਨ ਜਨਮ ਮਰਨ ਭਉ ਭਾਗਾ, ਉਹਨਾਂ ਦੇ ਜੀਵਨ 'ਚੋਂ ਇਹ ਚੀਜ਼ ਹੀ ਨੱਠ ਗਈ, ਦੂਰ ਚਲੀ ਗਈ। ਉਹ ਜ਼ਿੰਦਗੀ ਦੇ ਵੱਡੇ ਅਮਲਾਂ ਤੇ ਖਲਾਕਾਂ ਵਾਸਤੇ ਆਪਣੇ ਆਪ ਨੂੰ ਜਿਉਂਦੇ ਤੇ ਲੋੜ ਪੈਂਦੀ ਤੇ ਆਪਣੇ ਆਪ ਨੂੰ ਉਸ ਪਾਸੇ ਲਗਾ ਵੀ ਦਿੰਦੇ। ਮਤਲਬ ਕਮਿਊਨਿਟੀਜ਼ ਬਿਲਡ ਕੀਤੀਆਂ ਗੁਰੂ ਸਾਹਿਬ ਨੇ ਦੇ ਵਿੱਚ। ਇੱਥੇ ਕਿਹਾ ਅੰਦਰੋਂ ਦੁਰਮਤ ਦੂਜੀ ਖੋਈ ਸੋਜਨ ਹਰ ਲਿਵ ਲਾਗਾ, ਜਿਨ੍ਹਾਂ ਨੇ ਦੁਈ ਖਤਮ ਕਰ ਦਿੱਤੀ। ਇਹ ਦੁਈ ਦੋ ਰੂਪਾਂ 'ਚ, ਦੁਆਇਤ ਵਿੱਚ ਕਹਿੰਦੇ ਹਾਂ ਅਸੀਂ, ਜਿਹਨੂੰ ਅਸੀਂ ਕਹਿ ਲਈਏ ਕਿ ਬੰਦੇ 'ਚ ਜਿਹਦੇ ਵਿੱਚ
ਡਿਸਕ੍ਰਿਮੀਨੇਟਰੀ ਲੈਵਲ ਦੀ ਸੋਚ ਆਉਂਦੀ ਹੈ ਇੱਕ ਦੂਜੇ ਤੋਂ, ਮਤਲਬ ਆਮ ਸੁਪੀਰੀਅਰ, ਯੂ ਆਰ ਐਕਚੁਅਲੀ ਇਨਫੀਰੀਅਰ ਇਨ ਫਰੰਟ ਆਫ ਮੀ, ਇਸ ਕਿਸਮ ਦੀ ਬਾਤ, ਡਿਸਕ੍ਰਿਮੀਨੇਸ਼ਨ ਕਰਨ ਦੀ ਗੱਲ ਆਉਂਦੀ ਹੈ। ਇੱਥੇ ਦੂਈ ਦਾ ਮਤਲਬ ਜਿਹੜਾ ਆ ਰਿਹਾ ਉਹ ਆ ਰਿਹਾ ਹੈਗਾ ਜਿਹਨੂੰ ਅਸੀਂ ਕਹੀਏ ਕਿ ਡੁਐਲਿਟੀ, ਦੁਚਿੱਤੀ। ਬਚਨ ਆਇਆ ਅੰਦਰੋਂ ਦੁਰਮਤ ਦੂਜੀ ਹੋਈ, ਉਹ ਗਵਾ ਦਿੱਤੀ, ਡੁਐਲਿਟੀ ਨਹੀਂ ਰਹੀ, ਕਲੀਅਰ ਹੋ ਗਿਆ। ਬੰਦਾ ਜਿੰਨਾ ਆਪਣੇ ਸਕੂਲ ਆਫ ਥਾਟ ਵਾਸਤੇ ਕਲੀਅਰ ਹੋਏਗਾ ਉਹਨਾਂ ਉਹਨੂੰ ਅਪਣਾਉਣਾ ਵੀ ਸਹੀ ਸੌਖਾ ਹੋਏਗਾ ਉਸ ਚੀਜ਼ ਨੂੰ, ਤੇ ਉਸ ਨੂੰ ਪ੍ਰੈਕਟਿਸ ਕਰਦਿਆਂ ਹੋਇਆਂ ਉਹਦੇ ਚੋਂ ਫਲ ਵੀ ਪ੍ਰਾਪਤ ਕਰ ਸਕੇਗਾ। ਅੰਦਰੋਂ ਦੁਰਮਤ ਦੂਜੀ ਹੋਈ ਸੋ ਜਨ ਹਰ ਲਿਵ ਲਾਗਾ, ਉਹ ਲਿਵ ਲੱਗ ਗਿਆ। ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ ਤਿਨ ਅਨਦਿਨ ਹਰ ਗੁਣ ਗਾਏ। ਹਾਂ, ਜਿਨ੍ਹਾਂ ਤੇ ਤਰਸ ਕੀਤਾ ਉਹਨਾਂ ਨੇ ਰਾਤ ਦਿਨ ਗੁਣ ਗਾਏ, ਭਾਵ ਉਹਨਾਂ ਨੇ ਪ੍ਰਭੂ ਦੇ ਉਹਨਾਂ ਗੁਣਾਂ ਨੂੰ, ਅਸੂਲਾਂ, ਬਚਨਾਂ, ਖਿਆਲਾਂ, ਜਿਵੇਂ ਸਾਡੇ ਵਾਸਤੇ ਬਾਣੀ ਹੈ, ਉਹਨੂੰ ਪੜ੍ਹਨ, ਸੁਣਨ, ਪ੍ਰੋਸੈਸ ਕਰਨ ਤੇ ਜੀਣ ਦੀ ਜਾਚ ਆ ਗਈ। ਸੁਣ ਮਨ ਪੀਨੇ ਸਹਿਜ ਸੁਭਾਏ, ਇਹਨਾਂ ਚੀਜ਼ਾਂ ਨੂੰ ਸੁਣਦਿਆਂ ਹੀ ਮਨ ਸਹਿਜ ਉਸ ਅਵਸਥਾ ਤੱਕ ਸੁਭਾਵਕ ਆਪਣੇ ਆਪ ਪਹੁੰਚ ਗਿਆ। ਸਭ ਰਹਿਮਤ ਕਰਨ ਇਨਾਲ ਮੇ ਵਾਕੇ ਜੋ ਚੰਗੇਰੀ ਪ੍ਰੇਰਣਾ ਮਿਲੇ, ਗੁਰਮਤੀਏ ਹੋ ਸਕੀਏ। ਨਾਲ ਹੀ ਦਿਲੀ ਅਰਦਾਸ ਜੋ ਸਾਡੇ ਕਿਸਾਨ ਵੀਰ ਇੰਨੀ ਸਟਰਗਲ ਕਰ ਰਹੇ ਨੇ ਸਾਰੇ ਦੀ ਸਾਰੀ, ਉਹਦੇ 'ਚ ਉਹਨਾਂ ਨੂੰ ਮਾਲਕ ਹੌਸਲਾ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਤੇ ਉਹਨਾਂ ਨੂੰ ਇਸ ਸਾਰੇ ਦੇ ਵਿੱਚੋਂ ਜਿਹੜਾ ਆਊਟਕਮ ਆ ਉਹ ਬੜਾ ਫਰੂਟਫੁਲ ਹੋਏ। ਇਹ ਸਾਡੀ ਦਿਲੀ ਅਰਦਾਸ ਲਈ ਦੁਆ ਆ। ਇੰਨੀਆਂ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਲਈ ਮਾਫੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।